ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ ਦੂਜੇ ਅਧਿਆਇ ਦੇ ਉੱਤੇ ਗੌਰ ਕਰਦੇ ਹੋਏ ਚੱਲੇ ਆ ਰਹੇ ਹਾਂ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਵੇਖਿਆ ਕਿ ਦਾਨੀਏਲ ਰਾਜੇ ਦੇ ਸੁਪਨਿਆਂ ਦਾ ਅਰਥ ਦੱਸਦਾ ਹੈ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਸੁਪਨਿਆਂ ਦੇ ਪ੍ਰਕਾਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਅਸੀਂ ਜਾਣਿਆ ਕਿ ਰਾਜੇ ਦਾ ਸੁਪਨਾ ਉਸ ਦੀ ਪਾਤਸ਼ਾਹੀ ਦੇ ਨਾਲ ਸੰਬੰਧਿਤ ਸੀ। ਉਸ ਦੀ ਪਾਤਸ਼ਾਹੀ ਕਈ ਹਿੱਸਿਆਂ ਵਿੱਚ ਵੰਡੀ ਜਾਣ ਵਾਲੀ ਸੀ। ਅਸੀਂ ਸੁਪਨੇ ਦਾ ਅਰਥ ਜਾਣਦੇ ਹੋਏ ਸੋਨੇ ਦੀ ਪਾਤਸ਼ਾਹੀ ਬਾਬੁਲ, ਚਾਂਦੀ ਦੀ ਪਾਤਸ਼ਾਹੀ ਮਾਦੀ ਅਤੇ ਫਾਰਸੀ, ਪਿੱਤਲ ਦੀ ਪਾਤਸ਼ਾਹੀ ਯੂਨਾਨ ਅਤੇ ਲੋਹੇ ਦੀ ਪਾਤਸ਼ਾਹੀ ਰੋਮ ਦੇ ਬਾਰੇ ਜਾਣਿਆ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਦੇ ਉੱਤੇ ਆਪਣੀ ਚਰਚਾ ਨੂੰ ਜਾਰੀ ਰੱਖਾਂਗੇ। ਆਓ ਵੇਖਦੇ ਹਾਂ ਕਿ ਅੱਜ ਪਰਮੇਸ਼ਰ ਨੇ ਆਪਣੇ ਵਚਨ ਵਿੱਚ ਸਾਡੇ ਸਿੱਖਣ ਦੇ ਲਈ ਕੀ ਰੱਖਿਆ ਹੈ। ਆਓ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਅਸੀਂ ਦਾਨੀਏਲ ਦੀ ਪੁਸਤਕ ਦੇ ਦੂਜੇ ਅਧਿਆਇ ਦੀ 41 ਆਇਤ ਤੋਂ ਲੈ ਕੇ 49 ਆਇਤਾਂ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰਾਂਗੇ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰਦੇ ਹਾਂ। ਹੁਣ ਵਾਪਸ 41 ਐਤ ਦੇ ਬਚਨਾਂ ਉੱਤੇ ਗੌਰ ਕਰੋ। ਇੱਥੇ 41 ਐਤ ਵਿੱਚ ਲਿਖਿਆ ਹੈ, ਜਿਵੇਂ ਤੁਸੀਂ ਵੇਖਿਆ ਹੈ ਕਿ ਉਹਦੇ ਪੈਰ ਤੇ ਉਂਗਲੀਆਂ ਕੁਝ ਤੱਕ ਘੁਮਿਆਰ ਦੀ ਮਿੱਟੀ ਦੀਆਂ ਅਤੇ ਕੁਝ ਲੋਹੇ ਦੀਆਂ ਸਨ। ਸੋ ਉਸ ਰਾਜ ਵਿੱਚ ਵੰਡ ਪੈ ਜਾਵੇਗੀ। ਕਿੰਨੇ ਭਾਗਾਂ ਵਿੱਚ? ਪੈਰਾਂ ਦੀਆਂ ਉਂਗਲੀਆਂ ਕਿੰਨੀਆਂ ਹਨ? 10। ਇਸ ਦੇ ਵਿੱਚ ਬਹੁਤ ਸਾਰਾ ਭਵਿੱਖਬਾਣੀ ਦੇ ਨਾਲ ਸੰਬੰਧਿਤ ਕਹਿਫਾ ਹੈ ਕਿ ਇਹ ਸਭ ਦਾ ਅਰਥ ਕੀ ਹੈ। ਮੈਂ ਨਹੀਂ ਚਾਹੁੰਦਾ ਕਿ ਆਪ ਇਸ ਵਿੱਚ ਉਲਝ ਜਾਓ, ਸਿਵਾਏ ਇਹ ਆਖਣ ਦੇ ਕਿ ਬਾਈਬਲ ਸਪਸ਼ਟ ਤੌਰ ਤੇ ਇਹ ਸਿੱਖਿਆ ਦਿੰਦੀ ਹੈ ਕਿ ਆਖਰੀ ਦਿਨਾਂ ਵਿੱਚ ਮਸੀਹ ਵਿਰੋਧੀ ਦੇ ਸਮਿਆਂ ਦੇ ਦੌਰਾਨ ਇੱਕ 10 ਪਾਤਸ਼ਾਹੀਆਂ ਦਾ ਰਾਜ ਹੋਵੇਗਾ, ਜੋ ਉਹਨਾਂ ਆਖਰੀ ਦਿਨਾਂ ਵਿੱਚ ਉਸ ਦਰਿੰਦੇ ਨਾਲ ਰਾਜ ਕਰੇਗਾ। ਕਈ ਇਸ ਭਵਿੱਖਬਾਣੀ ਵਿੱਚ ਇੱਕ ਨਵੇਂ ਰੋਮੀ ਰਾਜ ਦੇ ਆਖਰੀ ਸਮਿਆਂ ਵਿੱਚ ਪਾਏ ਜਾਣ ਦੀ ਤਸਵੀਰ ਨੂੰ ਵੇਖ ਚੁੱਕੇ ਹਨ। ਅਸੀਂ ਅੱਜ ਰੋਮੀ ਰਾਜ ਦੇ ਬਾਅਦ ਦੇ ਸਮੇਂ ਵਿੱਚ ਜੀ ਰਹੇ ਹਾਂ। ਉਸ ਤੋਂ ਬਾਅਦ ਹੋਰ ਕੋਈ ਪਾਤਸ਼ਾਹੀ ਨਹੀਂ ਹੋਈ ਹੈ। ਰੋਮੀਆਂ ਤੋਂ ਬਾਅਦ ਕੋਈ ਵੀ ਵਿਸ਼ਵ ਸ਼ਕਤੀ ਨਹੀਂ ਹੈ। ਇਸ ਜਗਤ ਦੇ ਕਈ ਦੇਸ਼ ਆਪਣੇ ਆਪ ਸ਼ਾਸਨ ਰੋਮੀ ਰਾਜ ਦੇ ਇੱਕ ਰੂਪ ਅਧੀਨ ਕਰਦੇ ਹਨ। ਰੋਮ ਅਜੇ ਵੀ ਸਾਡੇ ਨਾਲ ਬਹੁਤ ਜੁੜਿਆ ਹੋਇਆ ਹੈ। ਹੁਣ ਇਹ ਹੈ, ਇਸ ਦਾ ਅਰਥ ਇਹੋ ਹੀ ਹੈ ਜੋ ਇੰਨਾ ਜ਼ਿਆਦਾ ਸਪਸ਼ਟ ਹੋ ਸਕਦਾ ਹੈ। ਦਾਨੀਏਲ ਆਖਦਾ ਹੈ, ਇਹ ਹੈ ਜੋ ਤੂੰ ਵੇਖਿਆ ਹੈ। ਰਾਜਨ, ਇਹ ਹੈ ਉਸ ਦਾ ਅਰਥ। ਤੂੰ ਹੀ ਉਹ ਸੋਨੇ ਦਾ ਸਿਰ ਹੈ। ਤੇਰੇ ਪਿੱਛੋਂ ਬਾਹਾਂ ਦਾ ਰਾਜ ਆਵੇਗਾ ਅਤੇ ਚਾਂਦੀ ਦੇ ਦਰਿੰਦਿਆਂ ਦਾ, ਜੋ ਕਿ ਕਸਦੀਆਂ ਅਤੇ ਫਾਰਸੀਆਂ ਦੀ ਪਾਤਸ਼ਾਹੀ ਹੈ। ਤੇਰੇ ਪਿੱਛੋਂ ਪਿੱਤਲ ਦਾ ਢਿੱਡ ਰਾਜ ਕਰੇਗਾ, ਇਹ ਯੂਨਾਨ ਹੋਵੇਗਾ। ਫਿਰ ਉਸ ਤੋਂ ਬਾਅਦ ਲੱਤਾਂ ਅਤੇ ਪੈਰਾਂ ਦੀਆਂ ਉਂਗਲੀਆਂ ਲੋਹੇ ਦੀਆਂ ਹੋਣਗੀਆਂ, ਜੋ ਕਿ ਰੋਮ ਹੈ। ਅਤੇ ਜਿਉਂ-ਜਿਉਂ ਆਪ ਵਾਪਸ ਜਾ ਕੇ ਇਤਿਹਾਸ ਤੱਕਦੇ ਹੋ, ਤਦ ਆਪ ਇਸ ਨੂੰ ਸਪਸ਼ਟ ਤੌਰ ਤੇ ਵੇਖ ਸਕਦੇ ਹੋ। ਇਹ ਠੀਕ ਇਸੇ ਤਰ੍ਹਾਂ ਹੋਇਆ ਸੀ। ਮੈਂ ਚਾਹੁੰਦਾ ਹਾਂ ਕਿ ਆਪ ਠੀਕ ਇੱਕ ਪਲ ਲਈ ਰੁਕੋ ਅਤੇ ਆਪ ਉਸ ਨਾਲ ਵਿਸ਼ਵਾਸ ਕੀਤੇ ਜਾਣ ਵਾਲੇ ਉੱਤੇ ਅਤੇ ਉਸ ਭਵਿੱਖਬਾਣੀ ਦੇ ਸੁਭਾਅ ਉੱਤੇ ਗੌਰ ਕਰੋ। ਜਦੋਂ ਨਬੂਕਦਨਜ਼ਰ ਨੇ ਇਹ ਸੁਪਨਾ ਵੇਖਿਆ ਸੀ, ਤਦ ਫਾਰਸ ਬਾਬਲ ਦੇ ਅਧੀਨ ਇੱਕ ਰਾਜ ਸੀ, ਇੱਕ ਉਪਸ਼ਾਸਕ। ਜਦੋਂ ਨਬੂਕਦਨਜ਼ਰ ਨੇ ਆਪਣਾ ਸੁਪਨਾ ਵੇਖਿਆ ਸੀ, ਤਦ ਯੂਨਾਨੀ ਇੱਕ ਆਪਸੀ ਵਿੱਚ ਯੁੱਧ ਕਰਨ ਵਾਲੇ ਕਬੀਲਿਆਂ ਦੀ ਇੱਕ ਟੋਲੀ ਸੀ ਅਤੇ ਰੇਗਿਸਤਾਨ ਵਿੱਚ ਪਾਏ ਜਾਣ ਵਾਲੇ ਲੁਟੇਰਿਆਂ ਦਾ ਇੱਕ ਟੋਲਾ ਸੀ। ਜਦੋਂ ਨਬੂਕਦਨਜ਼ਰ ਨੇ ਇਹ ਸੁਪਨਾ ਵੇਖਿਆ, ਤਦ ਰੋਮ ਉਸ ਟਿਬਰ ਰਿਵਰ ਦੇ ਕੰਢੇ ਉੱਤੇ ਵਸਿਆ ਇੱਕ ਪਿੰਡ ਸੀ। ਕੋਈ ਵੀ ਇਹੋ ਜਿਹਾ ਤਰੀਕਾ ਨਹੀਂ ਸੀ ਜਿਸ ਦੇ ਅਨੁਸਾਰ ਉਹ ਆਪਣੇ ਖੁਦ ਦੇ ਨਜ਼ਰੀਏ ਤੋਂ ਉਸ ਨੂੰ ਵੇਖ ਸਕਦਾ। ਜੋ ਕੁਝ ਪਰਮੇਸ਼ਰ ਗੈਰ ਕੌਮਾਂ ਦੀਆਂ ਪਾਤਸ਼ਾਹੀਆਂ ਦੇ ਵਜੋਂ ਕਰਨ ਜਾ ਰਿਹਾ ਸੀ, ਜਿਸ ਨੂੰ ਭਵਿੱਖ ਦੇ ਵਿੱਚ ਪ੍ਰਗਟ ਕੀਤਾ ਗਿਆ ਸੀ। ਪਰਮੇਸ਼ਰ ਨੇ ਇਹ ਦਰਸ਼ਨ ਉਸ ਨੂੰ ਦਿੱਤਾ ਅਤੇ ਦਾਨੀਏਲ ਨੇ ਇਸ ਦਾ ਅਰਥ ਕੀਤਾ। ਜਦੋਂ ਅਸੀਂ ਇਸ ਨੂੰ ਇੱਥੇ ਤੱਕਦੇ ਹਾਂ ਅਤੇ ਆਪਣੀਆਂ ਬਾਈਬਲਾਂ ਨੂੰ ਇਤਿਹਾਸ ਦੀਆਂ ਪੁਸਤਕਾਂ ਨਾਲ ਰੱਖਦੇ ਹਾਂ, ਤਦ ਅਸੀਂ ਵੇਖ ਸਕਦੇ ਹਾਂ ਕਿ ਇਹ ਤਾਂ ਬਸ ਕਰੀਬ-ਕਰੀਬ ਇਤਿਹਾਸ ਦੇ ਇਸ ਦੇ ਬਰਪਨ ਤੋਂ ਪਹਿਲਾਂ ਹੀ ਲਿਖੀ ਹੋਈ ਕੋਈ ਲਿਖਤ ਹੋਵੇ
ਅਤੇ ਠੀਕ ਇਹੋ ਹੀ ਹੈ ਜੋ ਬਾਈਬਲ ਹੈ। ਨੰਬਰ 3, ਉਸ ਸੁਪਨੇ ਦਾ ਪ੍ਰਯੋਗ। ਇਹ ਗੈਰ ਕੌਮਾਂ ਦੇ ਰਾਜ ਦੀ ਤਸਵੀਰ ਹੈ। ਇਹ ਜਗਤ ਦੀਆਂ ਪਾਤਸ਼ਾਹੀਆਂ ਦੀ ਤਸਵੀਰ ਹੈ। ਇਹ ਤਸਵੀਰ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਆਓ ਅਸੀਂ ਇਸ ਸਭ ਦੇ ਪ੍ਰਯੋਗ ਬਾਰੇ ਗੌਰ ਕਰੀਏ। ਪਰਮੇਸ਼ਰ ਸਾਨੂੰ ਇਹ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਵੇਂ ਗੈਰ ਕੌਮਾਂ ਰਾਜ ਕਰਦੀਆਂ ਹਨ ਅਤੇ ਜੋ ਕੁਝ ਅਸੀਂ ਸਿੱਖਦੇ ਹਾਂ, ਜੇਕਰ ਜੋ ਕੁਝ ਮੈਂ ਆਪ ਨੂੰ ਆਖ ਰਿਹਾ ਹਾਂ, ਇਸ ਤੋਂ ਇਲਾਵਾ ਹੋਰ ਕੁਝ ਨਹੀਂ ਪਾ ਸਕਦੇ। ਤਦ ਮੈਂ ਚਾਹੁੰਦਾ ਹਾਂ ਕਿ ਆਪ 4 ਗੱਲਾਂ ਨੂੰ ਸਮਝੋ, 4 ਸਬਕਾਂ ਨੂੰ, ਜੋ ਕਿ ਮਨੁੱਖਾਂ ਦੀਆਂ ਪਾਤਸ਼ਾਹੀਆਂ ਬਾਰੇ ਹਨ। ਭਾਗ ਊੜਾ, ਮਨੁੱਖ ਸ਼ਾਸਨ ਪ੍ਰਾਣੀ ਦੀ ਨਾਜ਼ੁਕ ਨੀਂਹ। ਪਹਿਲੀ ਗੱਲ, ਅਸੀਂ ਮਨੁੱਖੀ ਸ਼ਾਸਨ ਪ੍ਰਾਣੀ ਦੀ ਨਾਜ਼ੁਕ ਨੀਂਹ ਨੂੰ ਦੇਖਦੇ ਹਾਂ। ਇਹ ਭਵਿੱਖਬਾਣੀ ਸਾਨੂੰ ਸਿਖਾਉਂਦੀ ਹੈ ਜੋ ਕੁਝ ਅਸੀਂ ਪਹਿਲਾਂ ਹੀ ਜਾਣਦੇ ਹਾਂ। ਉਹੀ ਹੈ ਕਿ ਮਨੁੱਖੀ ਸ਼ਾਸਨ ਪ੍ਰਾਣੀ ਇੱਕ ਨਾਜ਼ੁਕ ਨੀਂਹ ਦੇ ਉੱਤੇ ਖੜੀ ਹੈ। ਇਸ ਵੱਡੀ ਮੂਰਤ ਦੀ ਨੀਂਹ ਦੇ ਉੱਤੇ ਗੌਰ ਕਰੋ। ਇਹ ਭਾਗ ਸੋਨੇ ਦਾ ਹੈ, ਚਾਂਦੀ, ਪਿੱਤਲ ਅਤੇ ਲੋਹਾ, ਅਤੇ ਇਹ ਸਭ ਮਿੱਟੀ ਦੀ ਨੀਂਹ ਉੱਤੇ ਟਿਕਿਆ ਹੋਇਆ ਹੈ। ਇਹ ਇੱਕ ਮਿੱਟੀ ਉੱਤੇ ਹੈ। ਇਸ ਦਾ ਉੱਪਰਲਾ ਹਿੱਸਾ ਬਹੁਤ ਕਾਲਾ ਹੈ। ਇਹ ਇਸ ਧਰਤੀ ਉਤਲੀਆਂ ਵਿਨਾਸ਼ ਦੇ ਕੰਢੇ ਖੜੀਆਂ ਸ਼ਾਸਨ ਪ੍ਰਾਣੀਆਂ ਦੀ ਇੱਕ ਤਸਵੀਰ ਹੈ, ਜੋ ਆਪਣੀਆਂ ਵੱਡੀਆਂ ਵਿਗਿਆਨੀ ਖੋਜਾਂ ਅਤੇ ਸਭਿਅਤਾ ਬਾਰੇ ਸ਼ੇਖੀਆਂ ਮਾਰਦੀਆਂ ਹਨ। ਉਹ ਤਾਂ ਪੂਰੀ ਤਰ੍ਹਾਂ ਅਸਥਿਰ ਹਨ। ਜੇਕਰ ਆਪ ਨੂੰ ਇਸ ਬਾਰੇ ਕੋਈ ਖਿਆਲ ਨਹੀਂ ਹੈ, ਤਦ ਮੇਰੀ ਗੱਲ ਨਾ ਸੁਣੋ। ਘਰ ਜਾਓ ਅਤੇ ਅਖਬਾਰ ਪੜ੍ਹੋ। ਆਪ ਮਨੁੱਖੀ ਸ਼ਾਸਨ ਪ੍ਰਾਣੀਆਂ ਦੇ ਨਾਲ ਜੁੜੇ ਨਹੀਂ ਰਹਿ ਸਕਦੇ, ਜੋ ਕਿ ਆਪਣੇ ਆਪ ਨੂੰ ਉੱਚਾ ਚੁੱਕ ਰਹੀਆਂ ਹਨ ਅਤੇ ਹਮੇਸ਼ਾ ਹੀ ਹੇਠਾਂ ਗਿਰ ਰਹੀਆਂ ਹਨ। ਮਨੁੱਖੀ ਸ਼ਾਸਨ ਪ੍ਰਾਣੀ ਇੱਕ ਅਸਥਿਰ ਇਲਾਕੇ ਦੇ ਉੱਤੇ ਹੈ। ਇਹ ਤਾਂ ਇੱਕ ਬਹੁਤ ਹੀ ਨਾਜ਼ੁਕ ਨੀਂਹ ਦੇ ਉੱਤੇ ਉਸਾਰੀ ਗਈ ਹੈ। ਕੀ ਆਪ ਜਾਣਦੇ ਹੋ ਕਿ ਉਹ ਨੀਂਹ ਕੀ ਹੈ? ਇਹ ਤਾਂ ਮਨੁੱਖੀਵਾਦੀ ਇਨਸਾਨੀਅਤ ਹੈ। ਇਸ ਦੀ ਕੋਈ ਕਲਪਨਾ ਨਹੀਂ ਕੀਤੀ ਜਾ ਸਕਦੀ। ਇਹ ਅਸਥਿਰ ਹੈ ਅਤੇ ਇਸ ਮੂਰਤ ਦੀ ਤਸਵੀਰ ਨੂੰ ਸਾਨੂੰ ਇਹ ਯਾਦ ਕਰਾਉਣ ਲਈ ਇੱਕ ਸਿੱਖਿਆ ਦੇਣ ਵਾਲਾ ਉਜਾਰ ਹੈ ਕਿ ਮਨੁੱਖ ਸ਼ਾਸਨ ਪ੍ਰਾਣੀ ਇੱਕ ਨਾਜ਼ੁਕ ਨੀਂਹ ਦੇ ਉੱਤੇ ਟਿਕੀ ਹੋਈ ਹੈ। ਭਾਗ ਐੜਾ, ਮਨੁੱਖੀ ਸ਼ਾਸਨ ਪ੍ਰਾਣੀ ਦਾ ਭ੍ਰਸ਼ਟ ਕਰਨ ਵਾਲਾ ਰੂਪ। ਦੂਸਰੀ ਗੱਲ ਜੋ ਸਾਨੂੰ ਸਿਖਾਉਂਦੀ ਹੈ ਉਹ ਇਹ ਹੈ, ਮਨੁੱਖੀ ਸ਼ਾਸਨ ਪ੍ਰਾਣੀ ਦਾ ਭ੍ਰਸ਼ਟ ਹੋ ਰਿਹਾ ਰੂਪ। ਇਸ ਸੁਪਨੇ ਦਾ ਪ੍ਰਯੋਗ ਇਤਿਹਾਸ ਅਤੇ ਸਾਡੇ ਜ਼ਮਾਨੇ ਦੇ ਲਈ ਕੀਤਾ ਜਾਣਾ ਬਹੁਤ ਡਰਾਉਣਾ ਹੈ। ਗੈਰ ਕੌਮਾਂ ਦੀ ਦਿਗਾਜ ਅਤੇ ਸਾਡੀ ਸਭਿਅਤਾ ਦਾ ਮਾਰਗ ਭ੍ਰਸ਼ਟ, ਵਿਨਾਸ਼ ਅਤੇ ਖਰਾਬ ਹੋਣ ਵਾਲਾ ਹੈ। ਨੰਬਰ 1, ਪਾਤਸ਼ਾਹੀਆਂ ਦੀ ਸਥਿਤੀ ਦੇ ਵਿੱਚ ਵੇਖਿਆ ਜਾਣ ਵਾਲਾ। ਹੁਣ ਅਸੀਂ ਇਸ ਨੂੰ ਬਹੁਤ ਸਾਰੇ ਥਾਵਾਂ ਦੇ ਉੱਤੇ ਤੱਕਦੇ ਹਾਂ। ਸਭ ਤੋਂ ਪਹਿਲਾਂ ਇਸ ਬਾਰੇ ਪਾਤਸ਼ਾਹੀਆਂ ਦੇ ਲਿਹਾਜ਼ ਦੀ ਸਥਿਤੀ ਦੇ ਨਾਲ ਗੌਰ ਕਰੋ। ਸੋਨਾ ਸਭ ਤੋਂ ਉੱਪਰ ਹੈ ਅਤੇ ਮਿੱਟੀ ਇਸ ਦੇ ਪੈਰਾਂ ਵਿੱਚ ਹੈ। ਇਹ ਤਾਂ ਇੱਕ ਗਿਰਾਵਟ ਦੀ ਦਿਸ਼ਾ ਦੇ ਵਿੱਚ ਹੀ ਹੈ, ਜਿਸ ਵੱਲ ਇਹ ਪਾਤਸ਼ਾਹੀਆਂ ਅੱਗੇ ਵੱਧ ਰਹੀਆਂ ਹਨ। 4 ਧਾਤਾਂ ਦੀ ਮੂਰਤ ਦਾ ਗਿਰਾਵਟ ਵੱਲ ਵੱਧ ਰਿਹਾ ਪੈਮਾਨਾ ਸਾਨੂੰ ਇਹ ਤਹਿਜੀਬ ਦਿੰਦਾ ਹੈ ਕਿ ਮਨੁੱਖ ਜਾਤੀ ਦੀ ਗਿਰਾਵਟ ਸਾਰੇ ਯੁੱਗ ਦੇ ਵਿੱਚ ਮੌਜੂਦ ਰਹੀ ਹੈ। ਹਰੇਕ ਪਾਤਸ਼ਾਹੀ ਉਸ ਤੋਂ ਪਹਿਲੀ ਪਾਤਸ਼ਾਹੀ ਦੇ ਸਿੰਘਾਂ ਦੇ ਉੱਤੇ ਉਸਾਰੀ ਗਈ ਹੈ। 39 ਐਤ ਦੇ ਬਚਨ ਇਸ ਤਰ੍ਹਾਂ ਆਖਦੇ ਹਨ, ਤੇਤੋਂ ਬਾਅਦ ਇੱਕ ਹੋਰ ਪਾਤਸ਼ਾਹੀ ਖੜੀ ਹੋਵੇਗੀ ਜੋ ਤੇਤੋਂ ਛੋਟੀ ਹੋਵੇਗੀ, ਅਤੇ ਛੋਟਾ ਸ਼ਬਦ ਅਸਲ ਵਿੱਚ ਇਸ ਦਾ ਅਰਥ ਹੁੰਦਾ ਹੈ ਤੇਰੇ ਤੋਂ ਗਿਰਾਵਟ ਵੱਲ ਜਾਣ ਵਾਲਾ। ਤੇਤੋਂ ਬਾਅਦ ਹੇ ਨਬੂਕਦਨਜ਼ਰ, ਇੱਕ ਹੋਰ ਰਾਜ ਉੱਠ ਖੜਾ ਹੋਵੇਗਾ ਜੋ ਤੇਰੇ ਥਾਂ ਉੱਤੇ ਉੱਠੇਗਾ। ਅਤੇ ਕੀ ਇਹ ਤੇਰੇ ਨਾਲੋਂ ਬਿਹਤਰ ਹੋਵੇਗਾ? ਨਹੀਂ, ਤੇਰੇ ਨਾਲੋਂ ਵੀ ਭ੍ਰਸ਼ਟ। ਉਹ ਸਥਿਤੀ ਸੋਨਾ, ਚਾਂਦੀ, ਪਿੱਤਲ, ਲੋਹਾ, ਮਿੱਟੀ ਹੈ। ਆਪ ਜਾਣਦੇ ਹੋ ਅਸੀਂ ਕਿੱਥੇ ਹਾਂ? ਕੀ ਆਪ ਨਹੀਂ ਜਾਣਦੇ? ਅਸੀਂ ਠੀਕ ਉਸ ਮਿੱਟੀ ਵਿੱਚ ਹਾਂ। ਮੇਰੇ ਭੈਣੋ ਅਤੇ ਭਰਾਵੋ, ਅਸੀਂ ਠੀਕ ਮਿੱਟੀ ਵਿੱਚ ਹਾਂ। ਮੈਂ ਆਪ ਨੂੰ ਦੱਸਦਾ ਹਾਂ ਕਿ ਇਹ ਕੀ ਕਰਦਾ ਹੈ। ਜੇਕਰ ਇਹ ਹੋਰ ਕੁਝ ਨਾ ਕਰੇ, ਇਹ ਵਿਕਾਸਵਾਦੀਆਂ ਲਈ ਆਖਰੀ ਝਟਕਾ ਹੈ। ਅਸਲ ਵਿੱਚ ਵਿਕਾਸਵਾਦੀ ਇਸ ਮੂਰਤ ਨੂੰ ਇਸ ਦੇ ਸਿਰ ਭਰਨੇ ਖੜਾ ਕਰਦੇ ਹਨ ਅਤੇ ਆਖਦੇ ਹਨ, ਅਸੀਂ ਬਿਹਤਰ ਤੋਂ ਬਿਹਤਰ ਹੁੰਦੇ ਜਾ ਰਹੇ ਹਾਂ। ਤਿਮੋਥੀਅਸ ਆਖਦਾ ਹੈ ਕਿ ਆਖਰੀ ਦਿਨਾਂ ਵਿੱਚ ਬੁਰੇ ਮਨੁੱਖ ਕੀ ਹੁੰਦੇ ਜਾਣਗੇ? ਉਹ ਹੋਰ ਭੈੜੇ ਹੋ ਜਾਣਗੇ। ਅਸੀਂ ਹੋਰ ਭੈੜੇ ਤੋਂ ਭੈੜੇ ਹੁੰਦੇ ਜਾ ਰਹੇ ਹਾਂ। ਅਸੀਂ ਬਿਹਤਰ ਨਹੀਂ ਬਣ ਰਹੇ। ਨੰਬਰ 2, ਜਿਵੇਂ ਧਾਤਾਂ ਦੇ ਬਹੁਮੁੱਲੇਪਨ ਵਿੱਚ ਦਰਸਾਇਆ ਗਿਆ ਹੈ। ਇਹ ਤਸਵੀਰ ਮਨੁੱਖੀ ਸ਼ਾਸਨ ਪ੍ਰਾਣੀ ਦਾ ਇੱਕ ਭ੍ਰਸ਼ਟ ਹੁੰਦਾ ਜਾ ਰਿਹਾ ਰੂਪ ਹੈ। ਅਸੀਂ ਇਸ ਨੂੰ ਪਾਤਸ਼ਾਹੀਆਂ ਦੀ ਸੂਚੀ ਵਿੱਚ ਵੇਖਦੇ ਹਾਂ। ਦੂਸਰੀ ਗੱਲ ਉੱਤੇ ਗੌਰ ਕਰੋ, ਅਸੀਂ ਇਸ ਨੂੰ ਧਾਤਾਂ ਦੇ ਬਹੁਮੁੱਲੇਪਨ ਵਿੱਚ ਵੇਖਦੇ ਹਾਂ। ਸੋਨਾ ਸਭ ਤੋਂ ਵੱਧ ਕੀਮਤੀ ਹੈ ਅਤੇ ਇਹ ਚਾਂਦੀ ਨਾਲੋਂ ਜ਼ਿਆਦਾ ਕੀਮਤੀ ਹੈ। ਚਾਂਦੀ ਪਿੱਤਲ ਨਾਲੋਂ ਜ਼ਿਆਦਾ ਕੀਮਤੀ ਹੈ। ਪਿੱਤਲ ਲੋਹੇ ਨਾਲੋਂ ਜ਼ਿਆਦਾ ਕੀਮਤੀ ਹੈ।
ਲੋਹਾ ਮਿੱਟੀ ਨਾਲੋਂ ਜ਼ਿਆਦਾ ਕੀਮਤੀ ਹੈ। ਮੈਂ ਇਸ ਹਫ਼ਤੇ ਥੋੜ੍ਹਾ ਜਿਹਾ ਅਧਿਐਨ ਕੀਤਾ ਸੀ ਅਤੇ ਮੈਂ ਵੇਖਿਆ ਕਿ ਇਹਨਾਂ ਧਾਤਾਂ ਦੇ ਭਾਅ ਦੇ ਅਨੁਸਾਰ ਅਸੀਂ ਗਿਰਾਵਟ ਨੂੰ ਵੇਖਦੇ ਹਾਂ। ਸੋਨੇ ਦੀ ਗੁਣਵੱਤਾ 19 ਤੋਂ 3 ਹੈ, ਚਾਂਦੀ ਦੀ ਗੁਣਵੱਤਾ 10 ਤੋਂ 5 ਹੈ, ਪਿੱਤਲ ਦੀ ਗੁਣਵੱਤਾ 8 ਤੋਂ 5 ਹੈ, ਲੋਹੇ ਦੀ ਗੁਣਵੱਤਾ 7 ਤੋਂ 6 ਹੈ, ਮਿੱਟੀ ਦੀ ਗੁਣਵੱਤਾ 1 ਤੋਂ 9 ਹੈ। ਇਹ ਇਸ ਦਾ ਇੱਕ ਕਿੰਨਾ ਵੱਡਾ ਸਰੂਪ ਹੈ ਕਿ ਕਿਵੇਂ ਇੰਨੀ ਜਲਦੀ ਹੀ ਜੋ ਵੀ ਮਨੁੱਖ ਪ੍ਰਾਪਤ ਕਰਦਾ ਹੈ ਉਹ ਸੋਨੇ ਦੇ ਸਿਆਰ ਤੋਂ ਪਿੱਛੇ ਰਹਿ ਜਾਂਦਾ ਹੈ। ਕੀ ਆਪਨੇ ਇਸ ਬਾਰੇ ਗੌਰ ਕੀਤਾ ਹੈ? ਜੋ ਕੁਝ ਵੀ ਮਨੁੱਖ ਪ੍ਰਾਪਤ ਕਰਦਾ ਹੈ ਉਹ ਸੋਨੇ ਦੇ ਮਿਆਰ ਤੋਂ ਘੱਟ ਜਾਂਦਾ ਹੈ। ਨੰਬਰ 3, ਜਿਵੇਂ ਕਿ ਮਨੁੱਖੀ ਸ਼ਾਸਨ ਪ੍ਰਾਣੀਆਂ ਦੀ ਸ਼ਕਤੀ ਵਿੱਚ ਦਿਖਾਇਆ ਗਿਆ ਹੈ। ਭਾਗ ਊੜਾ, ਬਾਬਰ ਨਿਰਕੁਸ਼ ਸ਼ਾਸਨ ਪ੍ਰਾਣੀ ਸੀ। ਇਸ ਨੂੰ ਤਾਂ ਪਾਤਸ਼ਾਹੀਆਂ ਦੀ ਸਥਿਤੀ ਅਤੇ ਧਾਤਾਂ ਦੇ ਬਹੁਮੁੱਲੇਪਨ ਵਿੱਚ ਹੀ ਨਹੀਂ ਵੇਖਿਆ ਗਿਆ, ਬਲਕਿ ਇਸ ਨੂੰ ਤਾਂ ਸ਼ਾਸਕ ਪ੍ਰਾਣੀ ਦੀ ਸ਼ਕਤੀ ਵਿੱਚ ਵੀ ਵੇਖਿਆ ਗਿਆ ਹੈ। ਬਾਬਰ ਨੂੰ ਨਿਰਕੁਸ਼ ਸ਼ਾਸਨ ਪ੍ਰਾਣੀ ਸੀ। ਨਬੂਕਦਨਜ਼ਰ ਇੱਕ ਇਹੋ ਜਿਹਾ ਮਨੁੱਖ ਹੈ ਜਿਸ ਦੇ ਬਾਰੇ ਅਸੀਂ ਦਾਨੀਏਲ ਦੀ ਪੁਸਤਕ 5 ਅਧਿਆਇ 19 ਐਤ ਵਿੱਚ ਪੜ੍ਹਦੇ ਹਾਂ ਅਤੇ ਉਸ ਬਜ਼ੁਰਗੀ ਦੇ ਕਾਰਨ ਜੋ ਉਸ ਦੇ ਤਿਸ ਨੂੰ ਦਿੱਤੀ, ਸਾਰੇ ਲੋਕ ਅਤੇ ਕੌਮਾਂ ਅਤੇ ਭਾਖਿਆਂ ਉਹਦੇ ਸਾਹਮਣੇ ਕੰਬਦੀਆਂ ਅਤੇ ਡਰਾਈਆਂ ਗਈਆਂ। ਜਿਨ੍ਹਾਂ ਨੂੰ ਚਾਹਿਆ ਉਹਨੇ ਉਸ ਨੂੰ ਮਾਰ ਸਿੱਟਿਆ ਅਤੇ ਜਿਹਨੂੰ ਚਾਹਿਆ ਉਸ ਨੂੰ ਉਸਨੇ ਜਿਉਂਦਾ ਛੱਡਿਆ। ਜਿਹਨੂੰ ਚਾਹਿਆ ਉਸਨੇ ਵਧਾਇਆ ਅਤੇ ਜਿਹਨੂੰ ਚਾਹਿਆ ਉਸ ਨੂੰ ਘਟਾਇਆ। ਬਾਬਲ ਵਿੱਚ ਕੌਣ ਇਖਤਿਆਰ ਰੱਖਦਾ ਸੀ? ਇਸ ਦੇ ਬਾਰੇ ਬਾਬਲ ਵਿੱਚ ਕਿਤੇ ਵੀ ਸ਼ੱਕ ਨਹੀਂ ਸੀ। ਨਬੂਕਦਨਜ਼ਰ ਇੱਕ ਨਿਰਕੁਸ਼ ਸ਼ਾਸਕ ਸੀ ਅਤੇ ਉਸਨੇ ਲੋਹੇ ਦੇ ਹੱਥ ਨਾਲ ਰਾਜ ਕੀਤਾ ਸੀ। ਉਹ ਬਾਬਲ ਦਾ ਇੱਕੋ ਹੀ ਇੱਕ ਸ਼ਾਸਕ ਸੀ। ਭਾਗ ਐੜਾ, ਮਾਦੀਆਂ ਤੇ ਫਾਰਸੀਆਂ ਦਾ ਰਾਜ ਗੁਟਤੰਤਰ ਸੀ। ਉਸ ਦੇ ਪਿੱਛੇ ਮਾਦੀਆਂ ਤੇ ਫਾਰਸੀਆਂ ਦਾ ਰਾਜ ਆਇਆ। ਇਹ ਇੱਕ ਸ਼ਾਸਨ ਪ੍ਰਾਣੀ ਦਾ ਗੁਟਤੰਤਰ ਰੂਪ ਸੀ, ਭਾਵ ਥੋੜੇ ਜਿਹੇ ਮਨੁੱਖਾਂ ਦੀ ਸ਼ਾਸਨ ਪ੍ਰਾਣੀ। ਜੇਕਰ ਆਪ 6 ਅਧਿਆਇ ਨੂੰ ਪੜ੍ਹਦੇ ਹੋ ਤਦ ਆਪ ਜਾਣਦੇ ਹੋ ਕਿ ਜਦੋਂ ਦਾਨੀਏਲ ਨੂੰ ਉਸ ਰਾਜ ਵਿੱਚ ਉੱਚਾ ਕੀਤਾ ਗਿਆ ਸੀ ਤਦ ਉਸ ਨੂੰ ਕੁਝ ਮਨੁੱਖਾਂ ਦੇ ਉੱਤੇ ਠਹਿਰਾਇਆ ਗਿਆ ਸੀ ਜੋ ਸਮੁੱਚੀ ਪਾਤਸ਼ਾਹੀ ਉੱਤੇ ਰਾਜ ਕਰਦੇ ਸਨ। ਜੇਕਰ ਆਪ ਇਸ ਨੂੰ ਕਾਰਜਸ਼ੀਲ ਹੁੰਦਿਆਂ ਵੇਖਣ ਦੀ ਖੁਆਇਸ਼ ਰੱਖਦੇ ਹੋ ਤਾਂ ਜਦੋਂ ਮਾਦੀਆਂ ਅਤੇ ਫਾਰਸੀਆਂ ਦੇ ਰਾਜ ਨੇ ਉਸ ਨੂੰ ਸਜ਼ਾ ਦੇ ਵਿੱਚੋਂ ਬਾਹਰ ਕੱਢਣ ਦੀ ਇੱਛਾ ਜ਼ਾਹਿਰ ਕੀਤੀ ਸੀ, ਜਿਸ ਦਾ ਹੁਕਮ ਉਸਨੇ ਉਸ ਦੇ ਵਿਰੁੱਧ ਦਿੱਤਾ ਸੀ, ਕਿਉਂਕਿ ਉਸਨੇ ਆਕਾਸ਼ ਦੇ ਪਰਮੇਸ਼ਰ ਅੱਗੇ ਸਿਰ ਨਹੀਂ ਸੀ ਝੁਕਾਇਆ। ਕੀ ਆਪ ਜਾਣਦੇ ਹੋ ਉਦੋਂ ਕੀ ਵਾਪਰਿਆ ਸੀ? ਉਸਨੇ ਆਖਿਆ ਸੀ, ਦਾਨੀਏਲ, ਮੈਂ ਇਸ ਦੇ ਬਾਰੇ ਕੁਝ ਨਹੀਂ ਕਰ ਸਕਦਾ। ਇੱਥੇ ਇੱਕ ਰਾਜਾ ਸੀ, ਪਰ ਕਿਉਂ? ਕਿਉਂਕਿ ਉਸਨੇ ਇੱਕ ਹੁਕਮ ਜਾਰੀ ਕੀਤਾ ਸੀ। ਉਸ ਦੇ ਹੱਥ ਹੁਣ ਵੱਜੇ ਗਏ ਸਨ। ਕੀ ਆਪ ਨਬੂਕਦਨਜ਼ਰ ਦੇ ਇਹੋ ਜਿਹੀ ਸਥਿਤੀ ਵਿੱਚ ਹੋਣ ਬਾਰੇ ਸੋਚ ਸਕਦੇ ਹੋ? ਬਿਲਕੁਲ ਨਹੀਂ। ਜਿਸ ਨੂੰ ਉਹ ਚਾਹੁੰਦਾ ਸੀ ਮੁਰਵਾ ਸਿੱਟਦਾ ਸੀ ਅਤੇ ਜਿਸ ਨੂੰ ਉਹ ਚਾਹੁੰਦਾ ਸੀ ਰੱਖਣਾ ਸੀ ਉਹਨੂੰ ਬਚਾ ਲੈਂਦਾ ਸੀ। ਅਸੀਂ ਹੁਣ ਇਹ ਕਦਮ ਥੱਲੇ ਆਉਂਦੇ ਹਾਂ। ਅਸੀਂ ਸ਼ਾਸਨ ਪ੍ਰਾਣੀ ਦੇ ਇਸ ਗੁਣਤੰਤਰ ਦੇ ਰੂਪ ਵਿੱਚ ਪਾਏ ਜਾਂਦੇ ਹਾਂ। ਭਾਗ ਈੜੀ, ਯੂਨਾਨ ਅਮਰੀਨਾ ਸ਼ਾਸਨ ਪ੍ਰਾਣੀ ਸੀ ਅਤੇ ਇੱਥੋਂ ਅਸੀਂ ਸ਼ਾਸਨ ਪ੍ਰਾਣੀ ਦੇ ਯੂਨਾਨੀ ਰੂਪ ਵੱਲ ਆਉਂਦੇ ਹਾਂ ਜੋ ਕਿ ਇੱਕ ਅਮਰੀਨਾ ਸ਼ਾਸਨ ਪ੍ਰਾਣੀ ਸੀ। ਇਹ ਅਸੀਰਾਂ ਦੇ ਦੁਆਰਾ ਚਲਾਇਆ ਜਾਣ ਵਾਲਾ ਸ਼ਾਸਨ ਸੀ। ਕੋਈ ਵੀ ਮਹਾਨ ਯੋਧਾ ਜੋ ਬਹਾਦਰੀ ਦਾ ਤਾਜ ਜਿੱਤਦਾ ਸੀ ਉਸ ਨੂੰ ਇਸ ਸ਼ਾਸਨ ਪ੍ਰਾਣੀ ਵਿੱਚ ਸ਼ਾਮਲ ਕੀਤਾ ਜਾਂਦਾ ਸੀ। ਇਸ ਤਰ੍ਹਾਂ ਇਹ ਇੱਕ ਭਿੰਨ ਅਤੇ ਨੀਵੇਂ ਦਰਜੇ ਦੀ ਸ਼ਾਸਨ ਪ੍ਰਾਣੀ ਸੀ। ਭਾਗ ਸੱਸਾ, ਰੋਮ ਸਮਾਜਵਾਦੀ ਸ਼ਾਸਨ ਪ੍ਰਾਣੀ ਸੀ। ਫਿਰ ਅਸੀਂ ਰੋਮ ਸ਼ਾਸਨ ਪ੍ਰਾਣੀ ਦੇ ਰੂਪ ਵਿੱਚ ਆਉਂਦੇ ਹਾਂ ਜੋ ਕਿ ਸਮਾਜਵਾਦੀ ਸ਼ਾਸਨ ਪ੍ਰਾਣੀ ਨਾਲੋਂ ਕੁਝ ਵੀ ਜ਼ਿਆਦਾ ਭਿੰਨ ਨਹੀਂ ਸੀ। ਇਹ ਤਾਂ ਫੌਜੀ ਸ਼ਾਸਨ ਸੀ। ਇਹ ਤਾਂ ਬਹੁਤ ਹੀ ਕਠੋਰ ਸੀ ਅਤੇ ਇਸ ਤਰ੍ਹਾਂ ਜੋ ਕੁਝ ਇੱਥੇ ਵਾਪਰ ਰਿਹਾ ਹੈ ਇਹ ਤਾਂ ਉਹੀ ਸੰਵਿਧਾਨਿਕ ਏਕਤਾ ਹੈ ਜੋ ਕਿ ਉਦੋਂ ਤੱਕ ਭ੍ਰਸ਼ਟ ਹੁੰਦੀ ਜਾਂਦੀ ਹੈ ਜਦੋਂ ਤੱਕ ਇਹ ਪ੍ਰਜਾਤੰਤਰ ਅਨੁਮਤੀ ਤੱਕ ਨਾ ਬਦਲ ਜਾਵੇ ਅਤੇ ਸਮਾਂਬੱਧੀ ਕਤਲਾਂ ਅਤੇ ਸਮਾਜਵਾਦੀ ਆਤਮ ਹੱਤਿਆ ਵਿੱਚ ਨਾ ਬਦਲ ਜਾਵੇ। ਪਰਮੇਸ਼ਰ ਦੇ ਮਨ ਵਿੱਚ ਹੁਣ ਜੋ ਸੱਭਿਆਤੰਤਰ ਹੈ ਉਹ ਪਰਮੇਸ਼ਰ ਦੀ ਸ਼ਾਸਨ ਪ੍ਰਾਣੀ ਦੀ ਕਿਸਮ ਨਹੀਂ ਹੈ। ਮੈਂ ਇਸ ਬਾਰੇ ਕੁਝ ਜ਼ਰੂਰ ਦੱਸਾਂਗਾ। ਹੁਣ ਮੇਰੀ ਗੱਲ ਸੁਣੋ। ਆਪ ਬਹੁਤ ਜਲਦੀ ਹੀ ਜਾਣ ਲੈਂਦੇ ਹੋ ਕਿ ਕਿਸ ਕਿਸਮ ਦੀ ਸ਼ਾਸਨ ਪ੍ਰਾਣੀ ਪਰਮੇਸ਼ਰ ਚਾਹੁੰਦਾ ਹੈ ਜਦੋਂ ਆਪ ਉਸ ਨੂੰ ਆਪਣੇ ਖੁਦ ਦੇ ਰਾਜ ਨੂੰ ਸਥਾਪਿਤ ਕਰਦਿਆਂ ਵੇਖਦੇ ਹੋ। ਇਹ ਪ੍ਰਜਾਤੰਤਰ ਨਹੀਂ ਹੈ। ਇਹ ਤਾਂ ਇੱਕ ਲਿਹਾਜ਼ ਨਾਲ ਰਾਜੇ ਦਾ ਸ਼ਾਸਨ ਹੈ ਜੋ ਕਿ ਪਰਮੇਸ਼ਰ ਦਾ ਰਾਜ ਹੈ। ਆਪ ਗੌਰ ਕਰੋ ਕਿ ਉਹ ਕਾਰਨ ਜਿਸ ਕਰਕੇ ਅਮਰੀਕਾ ਦੇ ਵਿੱਚ ਲੋਕਤੰਤਰ ਹੈ ਉਹ ਇਸ ਕਰਕੇ ਹੈ ਕਿਉਂਕਿ ਰਾਜਾ ਦਾ ਸ਼ਾਸਨ ਕਾਰਜਸ਼ੀਲ ਨਹੀਂ ਹੁੰਦਾ।
ਸਾਨੂੰ ਲੋਕਤੰਤਰ ਰੱਖਣਾ ਪੈਣਾ ਹੈ ਤਾਂ ਕਿ ਅਸੀਂ ਸੁਤੰਤਰ ਅਤੇ ਜਾਂ ਇਸ ਦੀ ਇੱਕ ਕਿਸਮ ਨੂੰ ਬਰਕਰਾਰ ਰੱਖ ਸਕੀਏ। ਰਾਜੇ ਦਾ ਸ਼ਾਸਨ ਉਹ ਹੈ ਜਿਸ ਦੇ ਵਿੱਚੋਂ ਅਸੀਂ ਬਾਹਰ ਆਏ ਹਾਂ ਅਤੇ ਅਸੀਂ ਜਾਣ ਲਿਆ ਹੈ ਕਿ ਇਹ ਕਾਰਜਸ਼ੀਲ ਨਹੀਂ ਸੀ ਹੋਇਆ। ਮੈਂ ਇਸ ਹਫ਼ਤੇ ਇਹ ਪੜ੍ਹਿਆ ਸੀ, ਇਹ ਤਾਂ ਕਰੀਬ-ਕਰੀਬ ਨਾ ਵਿਸ਼ਵਾਸ ਕੀਤੇ ਜਾਣ ਵਾਲਾ ਹੈ। ਮੈਂ ਇਸ ਨੂੰ ਤੁਹਾਡੇ ਲਈ ਪੜ੍ਹਨਾ ਚਾਹੁੰਦਾ ਹਾਂ। ਇਹ ਤਾਂ 200 ਸਾਲ ਪਹਿਲਾਂ ਲਿਖਿਆ ਗਿਆ ਸੀ, ਜਦੋਂ 13 ਵੱਖ-ਵੱਖ ਅਮਰੀਕਾ ਦੀਆਂ ਕਲੋਨੀਆਂ ਨੇ, ਜਿਹੜੀਆਂ ਅਜੇ ਵੀ ਇੰਗਲੈਂਡ ਦਾ ਇੱਕ ਹਿੱਸਾ ਹਨ। ਇਹ ਤਾਂ 2000 ਸਾਲ ਪਹਿਲਾਂ ਤੋਂ ਵੀ ਵੱਧ ਸਮੇਂ ਅਥੇਨੇ ਰਿਪਬਲਿਕ ਦੇ ਗਿਰਨ ਦੇ ਬਾਰੇ ਹੈ। ਇੱਕ ਪ੍ਰਜਾਤੰਤਰ ਸ਼ਾਸਨ ਪ੍ਰਾਣੀ ਦੇ ਇੱਕ ਸਥਾਈ ਰੂਪ ਵਜੋਂ ਹੋਂਦ ਵਿੱਚ ਨਹੀਂ ਰਹਿ ਸਕਦਾ। ਇਹ ਤਾਂ ਸਿਰਫ ਉਦੋਂ ਤੱਕ ਹੀ ਹੋਂਦ ਵਿੱਚ ਰਹਿ ਸਕਦਾ ਹੈ ਜਦੋਂ ਤੱਕ ਵੋਟਾਂ ਦੇਣ ਵਾਲੇ ਇਹ ਨਾ ਜਾਣ ਲੈਣ ਕਿ ਉਹ ਆਪਣੇ ਆਪ ਲਈ ਸਰਵਜਨਕ ਖਜ਼ਾਨੇ ਵਿੱਚੋਂ ਪੈਸੇ ਦੇ ਲਈ ਵੋਟ ਦੇ ਸਕਦੇ ਹਨ। ਉਸ ਸਮੇਂ ਤੋਂ ਬਹੁਮਤ ਹਮੇਸ਼ਾ ਹੀ ਉਹਨਾਂ ਉਮੀਦਵਾਰਾਂ ਲਈ ਵੋਟ ਦਿੰਦਾ ਹੈ ਜੋ ਸਰਵਜਨਕ ਖਜ਼ਾਨੇ ਵਿੱਚ ਸਭ ਤੋਂ ਵੱਧ ਪੈਸਾ ਦੇਣ ਦਾ ਵਾਅਦਾ ਕਰਦੇ ਹਨ। ਇਸ ਦੇ ਨਤੀਜੇ ਵਜੋਂ ਕਿ ਜੋ ਲੋਕਤੰਤਰ ਹੈ ਉਹ ਹਮੇਸ਼ਾ ਹੀ ਇੱਕ ਕਮਜ਼ੋਰ ਪੈਸੇ ਨਾਲ ਸੰਬੰਧਿਤ ਨੀਤੀ ਦੇ ਕਰਕੇ ਢਹਿ ਢੇਰੀ ਹੋ ਜਾਂਦਾ ਹੈ, ਜਿਸ ਕਰਕੇ ਕੋਈ ਤਾਨਾਸ਼ਾਹੀ ਸ਼ਾਸਨ ਇਸ ਦੀ ਜਗ੍ਹਾ ਲੈ ਲੈਂਦਾ ਹੈ। ਜਗਤ ਦੀਆਂ ਮਹਾਨ ਸੱਭਿਅਤਾਵਾਂ ਦਾ ਔਸਤਨ ਸਮਾਂ 200 ਸਾਲ ਰਿਹਾ ਹੈ। ਇਹ ਕੌਮਾਂ ਇਸ ਤਰ੍ਹਾਂ ਉੱਨਤੀ ਕਰਦੀਆਂ ਗਈਆਂ ਹਨ, ਗੁਲਾਮੀ ਤੋਂ ਰੂਹਾਨੀ ਨੇਚਾ ਵੱਲ ਅਤੇ ਰੂਹਾਨੀ ਨੇਚਾ ਤੋਂ ਆਜ਼ਾਦੀ ਦੇ ਮਹਾਨ ਹੌਸਲੇ ਵੱਲ ਅਤੇ ਆਜ਼ਾਦੀ ਦੀ ਭਰਪੂਰੀ ਵੱਲ ਜਾਂ ਬਹੁਤਾਤ ਵੱਲ, ਬਹੁਤਾਤ ਤੋਂ ਖੁਦਗਰਜੀ ਵੱਲ, ਖੁਦਗਰਜੀ ਤੋਂ ਆਤਮਿਕ ਸੰਤੁਸ਼ਟੀ ਵੱਲ, ਆਤਮਿਕ ਸੰਤੁਸ਼ਟੀ ਤੋਂ ਉਦਾਸੀਨਤਾ ਵੱਲ ਅਤੇ ਉਦਾਸੀਨਤਾ ਤੋਂ ਅਧੀਨ ਰਾਸਤੇ ਵੱਲ ਅਤੇ ਅਧੀਨ ਰਾਸਤੇ ਤੋਂ ਵਾਪਸ ਗੁਲਾਮੀ ਵੱਲ। ਅਸੀਂ ਲੋਕ ਕਿੱਥੇ ਹਾਂ? ਅਸੀਂ ਗਿਰਾਵਟ ਦੇ ਚੱਕਰ ਵਿੱਚ ਹਾਂ, ਕਿਉਂਕਿ ਆਪ ਗੌਰ ਕਰੋ, ਜੋ ਕੁਝ ਅਸੀਂ ਹਾਂ ਉਹ ਲੋਹੇ ਅਤੇ ਮਿੱਟੀ ਦਾ ਮਿਸ਼ਰਣ ਹੈ। ਲੋਹਾ ਇਖਤਿਆਰ ਹੈ ਅਤੇ ਮਿੱਟੀ ਲੋਕ ਹਨ। ਇਹਨਾਂ ਦੋਹਾਂ ਚੀਜ਼ਾਂ ਦੇ ਬਾਰੇ ਬਾਈਬਲ ਬਾਣੀ ਕੀ ਆਖਦੀ ਹੈ? ਉਹ ਆਪਸ ਵਿੱਚ ਹੀ ਮਿਲਦੇ ਨਹੀਂ। ਕਿ ਇਹੋ ਹੀ ਸਭ ਕੁਝ ਨਹੀਂ ਹੈ ਜਿਸ ਦੇ ਬਾਰੇ ਇੱਥੇ ਦੱਸਿਆ ਗਿਆ ਹੈ? ਲੋਹਾ ਅਤੇ ਮਿੱਟੀ ਆਪਸ ਵਿੱਚ ਨਹੀਂ ਮਿਲ ਸਕਦੇ। ਅਸੀਂ ਤਹਿ ਦੇ ਬਿਲਕੁਲ ਹੇਠਾਂ ਹਾਂ। ਆਪ ਗੌਰ ਕਰੋ, ਅਸੀਂ ਸਮਾਨ ਪ੍ਰਾਣੀ ਦੇ ਇਹ ਸਾਰੇ ਰੂਪ ਵੇਖ ਚੁੱਕੇ ਹਾਂ। ਰਾਜੇ ਦੇ ਰਾਜ, ਗੁਟਤੰਤਰ ਅਤੇ ਫਿਰ ਹੇਠਾਂ ਹੇਠਾਂ ਤੇ ਹੇਠਾਂ। ਇਹ ਤਾਂ ਹੈਰਾਨ ਕਰਨ ਵਾਲਾ ਹੈ ਕਿ ਇਹ ਇਸ ਤਰ੍ਹਾਂ ਨਹੀਂ ਹੈ। ਜੋ ਕੁਝ ਅਸੀਂ ਸਿੱਖ ਰਹੇ ਹਾਂ ਉਹ ਇਹੋ ਹੀ ਹੈ ਕਿ ਸਾਡੇ ਕੋਲ ਮਨੁੱਖ ਸ਼ਾਸਨ ਪ੍ਰਾਣੀ ਦਾ ਇੱਕ ਖਰਾਬ ਹੋ ਰਿਹਾ ਰੂਪ ਹੈ। ਭਾਗ ਈੜੀ, ਮਨੁੱਖੀ ਸ਼ਾਸਨ ਪ੍ਰਾਣੀ ਦਾ ਖੇਰੂ ਖੇਰੂ ਹੋਣ ਵਾਲਾ ਘਰਾਨਾ। ਹੁਣ ਮੈਂ ਤੁਹਾਡੇ ਨਾਲ ਤੀਸਰੇ ਸਬਕ ਨੂੰ ਦੱਸ ਦੇਵਾਂ। ਸਾਡੇ ਕੋਲ ਮਨੁੱਖੀ ਸ਼ਾਸਨ ਪ੍ਰਾਣੀ ਦਾ ਇੱਕ ਖੇਰੂ ਖੇਰੂ ਹੋ ਰਿਹਾ ਘਰਾਨਾ ਹੈ। 42 ਐਤ ਬਾਰੇ ਗੌਰ ਕਰੋ ਅਤੇ ਜਿਵੇਂ ਪੈਰਾਂ ਦੀਆਂ ਉਂਗਲੀਆਂ ਕੁਝ ਲੋਹੇ ਦੀਆਂ ਤੇ ਕੁਝ ਮਿੱਟੀ ਦੀਆਂ ਸਨ, ਤਿਵੇਂ ਰਾਜ ਕੁਝ ਤਕੜਾ ਅਤੇ ਕੁਝ ਕਮਜ਼ੋਰ ਹੋਵੇਗਾ। ਇੱਥੇ ਵਿਸ਼ਵ ਸ਼ਾਸਨ ਪ੍ਰਾਣੀ ਦੇ ਤੋੜੇ ਜਾਣ ਤੇ ਇੱਕ ਭਵਿੱਖਬਾਣੀ ਹੈ। ਮਨੁੱਖੀ ਨਦੀ ਵਿੱਚ ਦੋ ਦਬੁੱਧੀਆਂ ਵਿੱਚ ਪਾਉਣ ਵਾਲੇ ਤੱਤ ਹਨ, ਲੋਹੇ ਦੀ ਸ਼ਕਤੀ ਵਾਲਾ ਇਖਤਿਆਰ ਪਰ ਮਿੱਟੀ ਵਰਗੇ ਲੋਕਾਂ ਦੀ ਆਵਾਜ਼। ਜਿਉਂ-ਜਿਉਂ ਅਸੀਂ ਇਸ ਯੁੱਗ ਦੇ ਅੰਤ ਨਜ਼ਦੀਕ ਢੁੱਕਦੇ ਹਾਂ, ਇਹ ਜੱਦੋ-ਜਹਿਦ ਵੱਧਦੀ ਜਾਵੇਗੀ। ਭਾਵ ਕੌਮਾਂ ਦਾ ਇੱਕ ਦੂਸਰੇ ਤੋਂ ਅੱਡ ਹੋਣਾ। ਆਪ ਇੱਕ ਸਿਰ ਦੇ ਨਾਲ ਸ਼ੁਰੂ ਕਰਦੇ ਹੋ ਅਤੇ ਫਿਰ ਆਪ ਦੋ ਬਾਹਾਂ ਦੇ ਨਾਲ ਖਤਮ ਕਰਦੇ ਹੋ ਅਤੇ ਫਿਰ ਦੋ ਲੱਤਾਂ ਅਤੇ ਫਿਰ ਕੀ? ਫਿਰ ਆਪ 10 ਪੈਰਾਂ ਦੀਆਂ ਉਂਗਲੀਆਂ ਦੇ ਕੋਲ ਆਉਂਦੇ ਹੋ। ਇਹ ਮਨੁੱਖੀ ਸ਼ਾਸਨ ਪ੍ਰਾਣੀ ਜਿਸ ਦੇ ਅਸੀਂ ਅਧੀਨ ਹਾਂ, ਇਸ ਜ਼ਮਾਨੇ ਵਿੱਚ ਸਾਡੇ ਅਧੀਨ ਖੇਰੂ ਖੇਰੂ ਹੋ ਰਹੀ ਹੈ। ਸਾਰੀਆਂ ਕੋਸ਼ਿਸ਼ਾਂ ਦੂਸਰੀਆਂ ਸ਼ਾਸਨ ਪ੍ਰਾਣੀਆਂ ਦੇ ਨਾਲ ਮਿਲ ਕੇ ਚੱਲਣ ਦੀਆਂ ਅਸਫਲ ਹੋ ਰਹੀਆਂ ਹਨ। ਇਹ ਇੱਕ ਚੀਜ਼ ਹੈ ਜੋ ਮੈਂ ਸੋਚਦਾ ਹਾਂ, ਜੋ ਕਿ ਮਸੀਹ ਵਿਰੋਧੀ ਲਈ ਰਾਹ ਤਿਆਰ ਕਰਨ ਜਾ ਰਹੀ ਹੈ। ਭਾਗ ਸੱਸਾ, ਮਨੁੱਖੀ ਸ਼ਾਸਨ ਪ੍ਰਾਣੀ ਵੀ ਵਿਕਸਿਤ ਹੋ ਰਹੀ ਸ਼ਕਤੀ ਹੈ। ਫਿਰ ਇੱਕ ਆਖਰੀ ਗੱਲ ਅਤੇ ਇਹ ਸਾਰੀਆਂ ਨਾਲੋਂ ਵੱਧ ਡਰਾਉਣੀ ਗੱਲ ਹੈ। ਸਾਡੇ ਕੋਲ ਮਨੁੱਖੀ ਸ਼ਾਸਨ ਪ੍ਰਾਣੀ ਦੀ ਨਾਜ਼ੁਕ ਨੀਂਹ ਹੈ ਅਤੇ ਮਨੁੱਖੀ ਸ਼ਾਸਨ ਪ੍ਰਾਣੀ ਦਾ ਭ੍ਰਸ਼ਟ ਹੋ ਰਿਹਾ ਰੂਪ ਅਤੇ ਮਨੁੱਖੀ ਸ਼ਾਸਨ ਪ੍ਰਾਣੀ ਦੇ ਖੇਰੂ ਖੇਰੂ ਹੋ ਰਹੇ ਘਰਾਨਾ। ਇਸ ਤੋਂ ਬਾਅਦ ਮਨੁੱਖੀ ਸ਼ਾਸਨ ਪ੍ਰਾਣੀ ਦੀ ਵਿਕਸਿਤ ਹੋ ਰਹੀ ਸ਼ਕਤੀ। ਗੌਰ ਕਰੋ, ਜਦੋਂ ਆਪ ਇਸ ਮੂਰਤ ਵੱਲ ਤੱਕਦੇ ਹੋ, ਸੋਨੇ ਤੋਂ ਬਾਅਦ ਚਾਂਦੀ ਹੈ ਜੋ ਕੁਝ ਥੋੜਾ ਜਿਹਾ ਮਜ਼ਬੂਤ ਹੈ। ਇਹਦੇ ਪਿੱਛੋਂ ਪਿੱਤਲ ਹੈ ਜੋ ਕਿ ਥੋੜਾ ਜਿਹਾ ਇਸ ਨਾਲੋਂ ਮਜ਼ਬੂਤ ਹੈ। ਇਸ ਤੋਂ ਬਾਅਦ ਲੋਹਾ ਹੈ ਜੋ ਸਭ ਤੋਂ ਵੱਧ ਮਜ਼ਬੂਤ ਹੈ। ਕੀ ਇਹ ਇੱਕ ਭੈਭੀਤ ਕਰਨ ਵਾਲਾ ਵਿਚਾਰ ਨਹੀਂ ਹੈ ਕਿ ਜਿਉਂ-ਜਿਉਂ ਅਸੀਂ ਨੈਤਿਕਤਾ ਦੇ ਵਿੱਚ ਗਿਰਦੇ ਜਾਂਦੇ ਹਾਂ, ਅਸੀਂ ਸ਼ਕਤੀ ਦੇ ਵਿੱਚ ਵੱਧਦੇ ਜਾਂਦੇ ਹਾਂ? ਠੀਕ ਇਸੇ ਤਰ੍ਹਾਂ ਮਨੁੱਖੀ ਸ਼ਾਸਨ ਪ੍ਰਾਣੀਆਂ ਰਹੀਆਂ ਹਨ
ਜਦੋਂ ਕਿ ਉਹ ਸਰਬ ਉੱਚ ਏਕਤਾ ਦੇ ਲਿਹਾਜ਼ ਨਾਲ ਸ਼ਾਸਨ ਪ੍ਰਾਣੀਆਂ ਵਜੋਂ ਅੱਡ ਹੋ ਰਹੀਆਂ ਹਨ ਅਤੇ ਪਰਮ ਦੇ ਸ਼ਾਸਨ ਦੀ ਯੋਗਤਾ ਦੇ ਵਿੱਚ ਜੋ ਪਾਤਸ਼ਾਹੀਆਂ ਹਨ ਉਹ ਵੱਧ ਤੋਂ ਵੱਧ ਮਜ਼ਬੂਤ ਹੁੰਦੀਆਂ ਜਾਂਦੀਆਂ ਹਨ। ਵੱਡੀ ਸ਼ਕਤੀ ਅਤੇ ਕਮਜ਼ੋਰ ਸ਼ਾਸਨ ਪ੍ਰਾਣੀ ਰੱਖਣਾ ਇੱਕ ਵਿਨਾਸ਼ਕਾਰੀ ਮਿਸ਼ਰਣ ਹੈ। ਇੱਕ ਨਾਜ਼ੁਕ ਨੀ ਇੱਕ ਖੇਰੂ ਖੇਰੂ ਹੋ ਰਹੀ ਸ਼ਾਸਨ ਪ੍ਰਾਣੀ ਦਾ ਰੂਪ ਖੇਰੂ ਖੇਰੂ ਹੋ ਰਿਹਾ ਘਰਾਨਾ ਅਤੇ ਮਨੁੱਖੀ ਸ਼ਾਸਨ ਪ੍ਰਾਣੀ ਦੀ ਵਿਕਸਿਤ ਹੋ ਰਹੀ ਸ਼ਕਤੀ ਸਾਨੂੰ ਪੂਰੀ ਤਰ੍ਹਾਂ ਇਹ ਯਾਦ ਦਿਲਾ ਰਹੀ ਹੈ ਕਿ ਮਨੁੱਖ ਸ਼ਾਸਨ ਦੇ ਦਿਨ ਖਤਮ ਹੋਣ ਵਾਲੇ ਹੀ ਹਨ। ਅਸੀਂ ਇਸ ਯੁੱਗ ਦੇ ਅੰਤ ਦੇ ਦਿਨ ਵਿੱਚ ਜੀ ਰਹੇ ਹਾਂ। ਉਹ ਪੱਥਰ ਜੋ ਬਿਨਾਂ ਹੱਥ ਕੱਢਿਆਂ ਆ ਗਿਆ ਹੈ, ਇਸ ਦਾ ਜ਼ਿਕਰ ਸਾਡੇ ਲਈ 35 ਐਤ ਵਿੱਚ ਕੀਤਾ ਗਿਆ ਹੈ ਅਤੇ ਇੱਕ ਪਲ ਲਈ ਮੈਂ ਇਸ ਤੋਂ ਅੱਗੇ ਵਧਣ ਦੀ ਖੁਆਇਸ਼ ਰੱਖਦਾ ਹਾਂ। ਤੁਸੀਂ ਉਹਨੂੰ ਵੇਖਦੇ ਰਹੋ, ਇੱਥੋਂ ਤੱਕ ਕਿ ਭਾਈ ਕਿੱਧਰ ਪੱਥਰ ਬਿਨਾਂ ਹੱਥ ਲਾਏ ਵੱਢ ਕੇ ਕੱਢਿਆ ਗਿਆ, ਜਿਹਨੇ ਉਸ ਮੂਰਤ ਨੂੰ ਉਹਦੇ ਪੈਰ ਉੱਤੇ ਜਿਹੜਾ ਲੋਹੇ ਤੇ ਮਿੱਟੀ ਦੇ ਸਨ ਮਾਰਿਆ ਅਤੇ ਉਹਨੂੰ ਟੋਟੇ-ਟੋਟੇ ਕਰ ਦਿੱਤਾ। ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ-ਟੋਟੇ ਕਰ ਦਿੱਤਾ ਗਿਆ ਅਤੇ ਗਰਮੀ ਦੀ ਰੋਤੀ ਪਿੜ ਦੀ ਤੂੜੀ ਵਾਂਗੂ ਹੋ ਗਏ ਅਤੇ ਹਵਾ ਉਹਨਾਂ ਨੂੰ ਉਡਾ ਲੈ ਗਈ। ਇੱਥੋਂ ਤਾਈਂ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਿਹਾ ਅਤੇ ਉਹ ਪੱਥਰ ਜਿਹਨੇ ਉਸ ਮੂਰਤ ਨੂੰ ਮਾਰਿਆ ਇੱਕ ਵੱਡਾ ਪਹਾੜ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ। ਇਹ ਸਭ ਕੀ ਹੈ? ਇਹ ਵਿਸ਼ਵ ਸ਼ਾਸਨ ਪ੍ਰਾਣੀ ਦਾ ਵਿਨਾਸ਼ ਹੈ। ਸਾਨੂੰ ਇਹ ਸਮਝਣ ਲਈ ਕਿ ਉਹ ਕੌਣ ਹੈ, ਸਾਨੂੰ ਅੱਗੇ ਨਹੀਂ ਤੱਕਣਾ ਪੈਣਾ। ਉਹ ਵੱਡਾ ਪੱਥਰ ਕੌਣ ਹੈ? ਜਿਉਂ-ਜਿਉਂ ਅਸੀਂ ਅਗਲੇ ਹਫ਼ਤੇ ਅਸੀਂ ਵੇਖਾਂਗੇ ਕਿ ਇਹ ਯਿਸੂ ਮਸੀਹ ਦੇ ਉਸ ਦੇ ਜਲਾਲ ਵਿੱਚ ਆਉਣ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਅਤੇ ਜਦੋਂ ਉਹ ਆਵੇਗਾ ਉਹ ਸਾਰੀ ਮਨੁੱਖ ਸ਼ਾਸਨ ਪ੍ਰਾਣੀ ਨੂੰ ਨਾਸ਼ ਕਰੇਗਾ ਅਤੇ ਉਹਨਾਂ ਨੂੰ ਆਪਣੇ ਅਧੀਨ ਕਰੇਗਾ ਅਤੇ ਉਹ ਆਪਣਾ ਖੁਦ ਦਾ ਰਾਜ ਸਥਾਪਿਤ ਕਰੇਗਾ। ਇੱਕ ਪਹਾੜ ਦੀ ਤਰ੍ਹਾਂ ਉਹ ਸਾਰੀ ਧਰਤੀ ਨੂੰ ਭਰਪੂਰ ਕਰੇਗਾ। ਉਹ ਹਮੇਸ਼ਾ ਹਮੇਸ਼ਾ ਲਈ ਰਾਜ ਕਰੇਗਾ। ਜਦੋਂ ਮੈਂ ਇਸ ਭਵਿੱਖਬਾਣੀ ਨੂੰ ਪੜ੍ਹਦਾ ਹਾਂ, ਮੈਂ ਹੈਰਾਨ ਹੁੰਦਾ ਹਾਂ ਕਿ ਇਹ ਇਸ ਵਿੱਚ ਕੋਈ ਖੁਸ਼ੀ ਦੀ ਖਬਰ ਹੈ। ਮੇਰਾ ਭਾਵ ਹੈ ਕਿ ਮੈਂ ਘਰ ਜਾਵਾਂ ਤੇ ਨਿਰਾਸ਼ ਹੋ ਜਾਵਾਂ। ਆਪ ਗੌਰ ਕਰੋ, ਜੋ ਕੁਝ ਉਹ ਸਾਨੂੰ ਦੱਸ ਰਿਹਾ ਹੈ ਉਹ ਇਹ ਹੈ ਕਿ ਪਰਮੇਸ਼ਰ ਦਾ ਵਕਤ ਆ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਆਪ ਅਤੇ ਮੈਂ ਯਿਸੂ ਮਸੀਹ ਦੀ ਜਲਦ ਹੋਣ ਵਾਲੀ ਆਮਦ ਨੂੰ ਦੇਖ ਸਕੀਏ। ਮੈਂ ਪੜ੍ਹਿਆ ਸੀ, ਇੱਕ ਬਜ਼ੁਰਗ ਨੇ ਵਚਨ ਦੇ ਭਾਗ ਦੇ ਬਾਰੇ ਇਹ ਥੋੜ੍ਹੀਆਂ ਜਿਹੀਆਂ ਲਾਈਨਾਂ ਨੂੰ ਕਵਿਤਾ ਦੇ ਰੂਪ ਵਿੱਚ ਲਿਖਿਆ ਸਨ। ਇਹਨਾਂ ਬਾਰੇ ਗੌਰ ਕਰੋ। ਜਿਉਂ-ਜਿਉਂ ਆਪ ਮੁਸਾਫਰੀ ਵਿੱਚ ਹੋ ਤਦ ਰਾਸਤੇ ਦੇ ਵਿੱਚ ਪਾਏ ਜਾਣ ਵਾਲੇ ਨਿਸ਼ਾਨਾਂ ਉੱਤੇ ਗੌਰ ਕਰੋ। ਉਹਨਾਂ ਇੱਕ ਤੋਂ ਬਾਅਦ ਇੱਕ ਪਾਏ ਜਾਣ ਵਾਲੇ ਨਿਸ਼ਾਨਾਂ ਉੱਤੇ ਗੌਰ ਕਰੋ। ਪਿਛਲੇ ਜ਼ਮਾਨਿਆਂ ਦੇ ਵਿੱਚ 4 ਪਾਤਸ਼ਾਹੀਆਂ ਗੁਜ਼ਰ ਚੁੱਕੀਆਂ ਹਨ। ਅਸੀਂ ਕਿੱਥੇ ਖੜੇ ਹਾਂ? ਪਿਛਲੇ ਰਾਹਾਂ ਦੇ ਚਿੰਨ੍ਹਾਂ ਉੱਤੇ ਗੌਰ ਕਰੋ। ਹੇਠੇ ਲੋਹੇ ਅਤੇ ਮਿੱਟੀ ਦੇ ਪੈਰਾਂ ਵੱਲ ਜੋ ਕਿ ਕਮਜ਼ੋਰ ਅਤੇ ਅੱਡ ਕੀਤੇ ਗਏ ਹਨ, ਉਹ ਜਲਦੀ ਹੀ ਜਾਂਦੇ ਰਹਿਣਗੇ। ਉਸ ਤੋਂ ਬਾਅਦ ਹੋਣ ਵਾਲਾ ਮਹਾਨ ਮਹਿਮਾਮਈ ਕੰਮ ਕੀ ਹੋਵੇਗਾ? ਮਸੀਹ ਅਤੇ ਉਸ ਦੀ ਆਮਦ ਅਤੇ ਅਬਦੀ ਕਾਲ। ਜੋ ਕੁਝ ਇਹ ਸਾਨੂੰ ਆਖਦਾ ਹੈ ਉਹ ਇਹ ਨਹੀਂ ਹੈ ਕਿ ਨਿਰਾਸ਼ ਹੋ ਜਾਓ, ਬਲਕਿ ਉੱਪਰ ਤੱਕੋ। ਰਾਜਾ ਆ ਰਿਹਾ ਹੈ, ਜ਼ਿਆਦਾ ਦੇਰ ਨਹੀਂ ਹੋਵੇਗੀ ਇਸ ਤੋਂ ਪਹਿਲਾਂ ਕਿ ਉਹ ਆ ਜਾਵੇਗਾ ਅਤੇ ਜਗਤ ਵਿੱਚ ਆਪਣੀ ਪਾਤਸ਼ਾਹੀ ਕਾਇਮ ਕਰੇਗਾ ਇਸ ਤੋਂ ਪਹਿਲਾਂ ਕਿ ਇਹ ਬਰਪੇ। ਅਸੀਂ ਉਸ ਦੇ ਨਾਲ ਹੋਣ ਦੇ ਲਈ ਉੱਪਰ ਉਠਾਏ ਜਾਣ ਵਾਲੇ ਹਾਂ ਅਤੇ ਜਦੋਂ ਉਹ ਆਪਣੇ ਜਲਾਲ ਦੇ ਵਿੱਚ ਆਉਂਦਾ ਹੈ ਤਦ ਅਸੀਂ ਉਸ ਦੇ ਨਾਲ ਹੋਵਾਂਗੇ। ਪਰ ਹੋਣ ਦੇ ਬਾਰੇ ਕੀ ਆਖੀਏ? ਕੱਲ ਸੁਬਹ ਦੇ ਬਾਰੇ ਕੀ ਆਖੀਏ? ਅੱਜ ਰਾਤ ਦੇ ਬਾਰੇ ਕੀ ਆਖੀਏ? ਜੀ ਹਾਂ, ਇਸ ਦੇ ਬਾਰੇ ਮੈਂ ਇਸ ਹਫ਼ਤੇ ਬਹੁਤ ਕੁਝ ਸੋਚਿਆ ਹੈ। ਠੀਕ ਇਸ ਸਮੇਂ ਇਹ ਸਾਨੂੰ ਆਖਦਾ ਹੈ। ਮੈਂ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਖੁਆਇਸ਼ ਰੱਖਦਾ ਹਾਂ ਕਿ ਆਪ ਇਹਨਾਂ ਅੰਤ ਦੀਆਂ ਗੱਲਾਂ ਨੂੰ ਗਲਤ ਨਾ ਸਮਝਣਾ। ਜਦੋਂ ਮੈਂ ਇਸ ਦੇ ਉੱਤੇ ਧਿਆਨ ਦਿੰਦਾ ਹਾਂ ਅਤੇ ਜਿਸ ਤਰ੍ਹਾਂ ਮੈਂ ਇਸ ਦੇ ਬਾਰੇ ਸੋਚਿਆ ਹੈ, ਕਿ ਆਪ ਜਾਣਦੇ ਹੋ ਇਹ ਮੈਨੂੰ ਕੀ ਆਖਦਾ ਹੈ? ਇਹ ਆਖਦਾ ਹੈ, ਭਾਵੇਂ ਮੈਂ ਉਹ ਸਾਰਾ ਕੁਝ ਕਰਨ ਦੀ ਖੁਆਇਸ਼ ਰੱਖਦਾ ਹਾਂ ਜੋ ਕੁਝ ਵੀ ਉਸ ਨੂੰ ਸਹਾਰਾ ਦੇਣ ਲਈ ਕਰ ਸਕਦਾ ਹਾਂ, ਜੋ ਇਸ ਨੂੰ ਸਹਾਰਾ ਦੇਣਾ ਬਾਕੀ ਹੋਵੇ। ਥੋੜ੍ਹਾ ਜਿਹਾ ਹੋਰ ਸਮਾਂ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ, ਤਾਂ ਕਿ ਜੇਕਰ ਮੇਰੇ ਕੋਲ ਸ਼ਕਤੀ, ਸਮੇਂ, ਸਾਹ ਅਤੇ ਇੱਕ ਸਰੀਰ ਦੇ ਲਹੂ ਦੇ ਨਾਲ ਜੇਕਰ ਮੈਂ ਕੁਝ ਕਰ ਸਕਦਾ ਹਾਂ, ਤਦ ਮੈਂ ਉਸ ਵਕਤ ਦੇਣਾ ਚਾਹੁੰਦਾ ਹਾਂ ਜੋ ਕਿ ਅਬਦੀ ਹੋਵੇ। ਮੈਂ ਕਿਸੇ ਹੋਰ ਵੀ ਇਸ ਨਾਲੋਂ ਭੈੜੀ ਚੀਜ਼ ਬਾਰੇ ਨਹੀਂ ਸੋਚ ਸਕਦਾ ਕਿ ਆਪਣਾ ਸਮੁੱਚਾ ਜੀਵਨ ਇਸ ਜਗਤ ਦੀ ਖੇਰੂ-ਖੇਰੂ ਹੋਣ ਵਾਲੀ ਸ਼ਾਸਨ ਪ੍ਰਾਣੀ ਦੇ ਲਈ ਆਪਣੇ ਸਮੁੱਚੇ ਜੀਵਨ ਨੂੰ ਲਗਾਉਣ ਅਤੇ ਤੱਕਣ ਕਿ ਕਿਸੇ ਦੇ ਜੀਵਨ ਦੇ ਅੰਤ ਵਿੱਚ ਜਦੋਂ ਕਿ ਉਸ ਦੀ ਸਮੁੱਚੀ ਹੋਂਦ ਉਸ ਸਰਕਾਰ ਨੂੰ ਸਹਾਰਾ ਦੇਣ ਲਈ ਖਰਚ ਕਰ ਚੁੱਕਾ ਹੋਵਾਂ, ਜੋ ਕਿ ਹੋਰ ਥੋੜ੍ਹੇ ਜਿਹੇ ਮਹੀਨਿਆਂ ਲਈ ਜਾਂ ਫਿਰ ਕੁਝ ਹੋਰ ਸਾਲਾਂ ਲਈ ਹੋਵੇ।
ਸਿਰਫ ਦੋ ਚੀਜ਼ਾਂ ਹਨ ਜਿਨ੍ਹਾਂ ਬਾਰੇ ਮੈਂ ਜਾਣਦਾ ਹਾਂ ਕਿ ਉਹ ਅਬਦੀ ਹਨ, ਜੋ ਪਰਮੇਸ਼ਰ ਆਪਣੇ ਨਾਲ ਜਗਤ ਵਿੱਚ ਲਿਜਾਣ ਵਾਲਾ ਹੈ। ਇੱਕ ਹੈ ਉਹ ਪੁਸਤਕ, ਇਸ ਲਈ ਮੇਰੇ ਲਈ ਬਿਹਤਰ ਹੈ ਕਿ ਮੈਂ ਇਸ ਵਿੱਚ ਸਮਾਂ ਗੁਜ਼ਾਰਾਂ। ਦੂਸਰਾ ਹੈ ਲੋਕ। ਕੀ ਇਹ ਮੇਰੀਆਂ ਪ੍ਰਾਥਮਿਕਤਾਵਾਂ ਨੂੰ ਸਥਿਰ ਤੱਕ ਨਹੀਂ ਪਹੁੰਚਾਉਂਦਾ? ਮੈਂ ਇਹ ਨਹੀਂ ਆਖ ਰਿਹਾ ਕਿ ਰਾਜਨੀਤੀ ਵਿੱਚ ਸ਼ਾਮਲ ਨਾ ਹੋਵੋ ਜਾਂ ਫਿਰ ਸ਼ਾਸਨ ਪ੍ਰਾਣੀ ਵਿੱਚ ਸ਼ਾਮਲ ਨਾ ਹੋਵੋ। ਪਰਮੇਸ਼ਵਰ ਜਾਣਦਾ ਹੈ, ਜੇਕਰ ਅਸੀਂ ਆਪਣੇ ਆਪ ਨੂੰ ਪਿੱਛੇ ਕਰ ਲਈਏ ਤਦ ਕੱਲ ਇਹ ਸਾਰਾ ਕੁਝ ਖਤਮ ਹੋ ਜਾਵੇਗਾ। ਪਰ ਇਹ ਵੀ ਆਖਦਾ ਹੈ ਕਿ ਸਾਨੂੰ ਸੁਚੇਤ ਹੋਣਾ ਪੈਣਾ ਹੈ ਕਿ ਅਸੀਂ ਆਪਣੇ ਨਜ਼ਰੀਏ ਨੂੰ ਖੋ ਨਾ ਬੈਠੀਏ ਅਤੇ ਸਾਡਾ ਨਜ਼ਰੀਆ ਅਬਦੀ ਹੋਣਾ ਚਾਹੀਦਾ ਹੈ। ਇੱਕ ਅਬਦੀ ਨਜ਼ਰੀਆ ਸਾਨੂੰ ਦੱਸੇਗਾ ਕਿ ਸਾਡੀਆਂ ਪ੍ਰਾਥਮਿਕਤਾਵਾਂ ਉੱਥੇ ਹੀ ਹੋਣੀਆਂ ਚਾਹੀਦੀਆਂ ਹਨ ਜਿੱਥੇ ਪਰਮੇਸ਼ਰ ਆਪਣੀਆਂ ਪ੍ਰਾਥਮਿਕਤਾਵਾਂ ਟਿਕਾਉਂਦਾ ਹੈ। ਕਿਉਂਕਿ ਆਖਦਾ ਹੈ ਕਿ ਇਹ ਸਮੁੱਚਾ ਜਗਤ ਜੋ ਕਿ ਮਨੁੱਖੀ ਸ਼ਾਸਨ ਪ੍ਰਾਣੀ ਦਾ ਜਗਤ ਹੈ, ਇਹ ਹਮੇਸ਼ਾ ਵਾਸਤੇ ਨਹੀਂ ਕਾਇਮ ਰਹਿਣ ਜਾ ਰਿਹਾ। ਹੋ ਸਕਦਾ ਹੈ ਕਿ ਇਹ ਆਪਣੇ ਆਖਰੀ ਸਾਹ ਲੈ ਰਿਹਾ ਹੋਵੇ। ਇਸ ਕਰਕੇ ਜਦੋਂ ਕਿ ਅਸੀਂ ਇਹ ਸਭ ਕੁਝ ਕਰ ਰਹੇ ਹਾਂ ਜੋ ਕਿ ਅਸੀਂ ਸ਼ਾਫੀ ਨੂੰ ਸਹਾਰਾ ਦੇਣ ਲਈ ਕਰ ਸਕਦੇ ਹਾਂ, ਮਨੁੱਖੋ ਅਤੇ ਔਰਤੋਂ, ਆਓ ਅਸੀਂ ਇਹ ਨਾ ਭੁੱਲੀਏ ਕਿ ਸਾਨੂੰ ਇੱਕ ਅਬਦੀ ਕੰਮ ਸੌਂਪਿਆ ਗਿਆ ਹੈ। ਇਸ ਕਰਕੇ ਮੈਂ ਆਪ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਦੇ ਨਾਲ ਕੀ ਕਰ ਰਹੇ ਹੋ। ਅਸੀਂ ਅਬਦੀ ਸੇਵਾ ਵਿੱਚ ਲੋਕਾਂ ਦੇ ਜੀਵਨਾਂ ਵਿੱਚ ਸ਼ਾਮਲ ਹਾਂ ਅਤੇ ਜਦੋਂ ਸਾਡੇ ਕੋਲ ਸਮਾਂ ਹੈ ਅਤੇ ਹੋ ਸਕਦਾ ਹੈ ਇਹ ਜ਼ਿਆਦਾ ਲੰਮਾ ਸਮਾਂ ਨਾ ਹੋਵੇ, ਪਰਮੇਸ਼ਰ ਜਾਣਦਾ ਹੈ ਸਾਨੂੰ ਇਸ ਨੂੰ ਕਰਨ ਵਾਲੇ ਹੋਣਾ ਚਾਹੀਦਾ ਹੈ। ਆਮੀਨ। ਪਿਆਰੇ ਦਰਸ਼ਕੋ, ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ। ਅੱਜ ਅਸੀਂ ਦਾਨੀਏਲ ਦੀ ਪੁਸਤਕ ਦੇ ਦੂਜੇ ਅਧਿਆਇ ਦੀ 41 ਤੋਂ ਲੈ ਕੇ 49 ਆਇਤਾਂ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰ ਰਹੇ ਸੀ। ਅਸੀਂ ਆਖਰੀ ਸਮਿਆਂ ਦੀ ਪਾਤਸ਼ਾਹੀਆਂ ਦੇ ਉੱਤੇ ਗੌਰ ਕਰ ਰਹੇ ਸੀ। ਦਾਨੀਏਲ ਨੇ ਰਾਜੇ ਦੇ ਸੁਪਨੇ ਦਾ ਅਰਥ ਦੱਸਿਆ। ਉਸਨੇ ਬਾਬੁਲ ਦੀ ਬਾਦਸ਼ਾਹੀ ਦੇ ਵੰਡੇ ਜਾਣ ਦੀ ਭਵਿਸ਼ਵਾਣੀ ਨੂੰ ਕੀਤਾ। ਇਸ ਤੋਂ ਬਾਅਦ ਅਸੀਂ ਮਨੁੱਖ ਸ਼ਾਸਨ ਪ੍ਰਣਾਲੀ ਦੀ ਭ੍ਰਿਸ਼ਟ ਜਾਂ ਖਰਾਬ ਕਾਰਨ ਵਾਲੀ ਪ੍ਰਣਾਲੀ ਨੂੰ ਵੀ ਦੇਖਿਆ। ਅਸੀਂ ਬਾਬੁਲ ਦੀ ਨਿਰੰਕੁਸ਼ ਸ਼ਾਸਨ ਪ੍ਰਣਾਲੀ, ਮਾਦੀ ਤੇ ਫਾਰਸੀ ਗੁੱਟਤੰਤਰ ਦੀ ਸ਼ਾਸਨ ਪ੍ਰਣਾਲੀ, ਯੂਨਾਨ ਅਮਰੀਨਾ ਸ਼ਾਸਨ ਪ੍ਰਣਾਲੀ, ਰੋਮ ਦੀ ਸਮਾਜਵਾਦ ਸ਼ਾਸਨ ਪ੍ਰਣਾਲੀ, ਮਨੁੱਖੀ ਸ਼ਾਸਨ ਪ੍ਰਣਾਲੀ ਜੋ ਕਿ ਖੇਰੂ ਹੋਣ ਵਾਲਾ ਘਰਾਣਾ ਅਤੇ ਮਨੁੱਖੀ ਸ਼ਾਸਨ ਪ੍ਰਣਾਲੀਆਂ ਦੀ ਵਿਕਸਿਤ ਹੋਣ ਵਾਲੀ ਸ਼ਕਤੀ ਦੇ ਬਾਰੇ ਵੀ ਚਰਚਾ ਕੀਤੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਸ ਦਾ ਤੁਹਾਨੂੰ ਵੱਡਾ ਆਤਮਿਕ ਲਾਭ ਮਿਲਿਆ ਹੋਵੇਗਾ। ਜੇਕਰ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਾ ਤਾਂ ਸਾਨੂੰ ਮਿਸ ਕਾਲ ਕਰਕੇ ਜ਼ਰੂਰ ਦੱਸੋ। ਪ੍ਰੋਗਰਾਮ ਸੰਬੰਧੀ ਵਿਚਾਰ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਓ ਅਖੀਰ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ, ਦਾਨੀਏਲ ਦੀ ਪੁਸਤਕ ਤੋਂ ਅੱਜ ਦੀ ਸਿੱਖਿਆ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਪਿਤਾ ਪਰਮੇਸ਼ਰ, ਤੁਸੀਂ ਸਾਨੂੰ ਪਾਤਸ਼ਾਹੀਆਂ ਦੀ ਵੱਖ-ਵੱਖ ਪ੍ਰਭੂ ਜੀ ਸ਼ਾਸਨ ਪ੍ਰਣਾਲੀਆਂ ਦੇ ਬਾਰੇ ਸਾਨੂੰ ਸਿਖਾਇਆ, ਮਨੁੱਖ ਸ਼ਾਸਨ ਪ੍ਰਣਾਲੀ ਦੀ ਨਾਜ਼ੁਕ ਸਥਿਤੀ ਬਾਰੇ ਦੱਸਿਆ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪਿਤਾ, ਤੁਹਾਡੇ ਅੱਗੇ ਸਾਡੀ ਪ੍ਰਾਰਥਨਾ ਹੈ ਪਿਤਾ ਕਿ ਤੁਸੀਂ ਪ੍ਰਭੂ ਜੀ ਸਾਨੂੰ ਇਸ ਤਰੀਕੇ ਦਾ ਬਣਾਓ ਕਿ ਅਸੀਂ ਇਸ ਸ਼ਾਸਨ ਪ੍ਰਣਾਲੀ ਦੇ ਅੰਦਰ ਪ੍ਰਭੂ ਜੀ ਦਾਨੀਏਲ ਵਾਂਗੂ ਫਿੱਟ ਬੈਠ ਸਕੀਏ। ਪਿਤਾ, ਸਾਡੀ ਜ਼ਰੂਰਤਾਂ ਨੂੰ ਪੂਰਾ ਕਰੋ, ਸਾਨੂੰ ਪ੍ਰਭੂ ਜੀ ਵਿਸ਼ਵਾਸ ਵਿੱਚ ਵਧਾਓ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।